ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ ਚੰਡੀਗੜ੍ਹ ਪੀਜੀਆਈ ਦੇ ਵਿੱਚ ਲਏ ਅਖੀਰਲੇ ਸਾਹ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਜਤਾਇਆ ਦੁੱਖ। ਕੱਲ ਦੁਪਹਿਰ 2 ਵਜੇ ਜੱਦੀ ਪਿੰਡ ਬ੍ਰਹਮਪੁਰਾ 'ਚ ਹੋਵੇਗਾ ਸੰਸਕਾਰ। ਅੰਮ੍ਰਿਤਪਾਲ ਦੇ ਸਮਰਥਕਾਂ ਨੇ ਹੁਣ ਜਲੰਧਰ ਦੇ ਗੁਰਦੁਆਰੇ ਦੇ ਵਿੱਚ ਰੱਖੇ ਬੈਂਚਾਂ ਨੂੰ ਲਾਈ ਅੱਗ, ਕੀਤੀ ਭੰਨਤੋੜ। ਗ੍ਰੰਥੀ ਨੇ ਜਤਾਇਆ ਕਰੜਾ ਵਿਰੋਧ, ਕਿਹਾ ਗੁਰੂ ਘਰ ਦੇ ਵਿੱਚ ਭੰਨਤੋੜ ਕਰਨਾ ਗਲਤ। ਗੁਰੂ ਸਾਹਿਬ ਦੇ ਬਰਾਬਰ ਨਹੀਂ ਲੱਗੀ ਹੋਈ ਸੀ ਕੋਈ ਕੁਰਸੀ। ਗੁਰਦੁਆਰੇ ਦੇ ਬੈਂਚਾਂ ਨੂੰ ਸਾੜਨ ਤੇ ਚੌਂ ਪਾਸੇ ਅੰਮ੍ਰਿਤਪਾਲ ਦੇ ਸਮਰਥਕਾਂ ਦਾ ਤਿੱਖਾ ਵਿਰੋਧ। ਟੱਡਰੀਆਂ ਵਾਲੇ ਬੋਲੇ, ਬੈਂਚਾਂ ਤੇ ਬਜ਼ੁਰਗਾਂ ਦੇ ਬੈਠਣ ਦੇ ਨਾਲ ਨਹੀਂ ਹੁੰਦੀ ਬੇਅਦਬੀ। ਦਾਦੂਵਾਲ ਨੇ ਵੀ ਕਾਰਵਾਈ ਨੂੰ ਦੱਸਿਆ ਗਲਤ। ਚੀਨ ਦੀ ਹਰਕਤ ਤੇ ਭਾਰਤ ਸਖਤ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਦੇ ਵਿੱਚ ਦਿੱਤਾ ਜਵਾਬ, ਕਿਹਾ ਭਾਰਤੀ ਜਵਾਨਾਂ ਨੇ ਬਹਾਦਰੀ ਦੇ ਨਾਲ ਕੀਤਾ ਮੁਕਾਬਲਾ। ਸ਼ਾਹ ਬੋਲੇ, ਭਾਰਤ ਦੀ 1 ਇੰਚ ਜ਼ਮੀਨ ਤੇ ਵੀ ਕਬਜ਼ਾ ਨਹੀਂ। ਪੰਜਾਬ ਕੈਡਰ ਦੇ ਆਈਪੀਐਸ ਅਧਿਕਾਰੀ ਕੁਲਦੀਪ ਚਾਲ ਨੂੰ ਚੰਡੀਗੜ੍ਹ ਤੋਂ ਰਿਲੀਵ ਕਰਨ ਤੇ ਛਿੜਿਆ ਸਿਆਸੀ ਘਮਸਾਨ। ਆਮ ਆਦਮੀ ਪਾਰਟੀ ਨੇ ਚੁੱਕੇ ਸਵਾਲ, ਕਿਹਾ ਫਿਰ ਸਾਹਮਣੇ ਆਇਆ ਕੇਂਦਰ ਦਾ ਪੰਜਾਬ ਵਿਰੋਧੀ ਮਨਸੂਬਾ। ਚੰਡੀਗੜ੍ਹ ਤੋਂ ਖਤਮ ਕੀਤਾ ਜਾ ਰਿਹਾ ਪੰਜਾਬ ਦਾ ਅਧਿਕਾਰ। ਮਾਨਸਾ ਦੇ ਵਿੱਚ ਜੱਚਾ ਬੱਚਾ ਦੀ ਮੌਤ ਮਾਮਲੇ ਤੇ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ। ਪੁੱਛਿਆ ਕਿ ਇਹੀ ਹੈ ਸਰਕਾਰੀ ਹਸਪਤਾਲਾਂ ਦਾ ਦਿੱਲੀ ਮਾਡਲ। ਸਿਵਲ ਹਸਪਤਾਲ ਦੇ ਵਿੱਚ ਤੀਜੇ ਦਿਨ ਵੀ ਧਰਨੇ ਤੇ ਡਟਿਆ ਹੈ ਪੀੜਤ ਪਰਿਵਾਰ। ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦੀ ਨਵੀਂ ਕੋਰ ਕਮੇਟੀ ਦੀ ਮੀਟਿੰਗ ਜਾਰੀ। ਭਾਜਪਾ ਦੇ ਨਵੇਂ ਇੰਚਾਰਜ ਵਿਜੇ ਰੂਪਾਨੀ ਵੀ ਸ਼ਾਮਲ। 2024 ਦੀ ਰਣਨੀਤੀ ਤੇ ਹੋ ਰਿਹਾ ਮੰਥਨ। ਤਰਨਤਾਰਨ ਆਰਪੀਜੀ ਅਟੈਕ ਦਾ ਜੇਲ੍ਹ ਕਨੈਕਸ਼ਨ ਖੰਗਾਲ ਰਹੀ ਪੁਲਿਸ। ਗੁਰਦਾਸਪੁਰ ਜੇਲ੍ਹ ਤੋਂ 2 ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਹੋ ਰਹੀ ਪੁੱਛਗਿੱਛ। ਕਪੂਰਥਲਾ ਜੇਲ੍ਹ ਤੋਂ ਵੀ ਰਿਮਾਂਡ ਤੇ ਲਿਆ ਗਿਆ ਲੰਡਾ ਹਰੀਕੇ ਦਾ ਕਰੀਬੀ। ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵਧਿਆ ਰਿਮਾਂਡ। ਮੁਕਤਸਰ ਕੋਰਟ ਨੇ 16 ਦਸੰਬਰ ਤੱਕ ਰਿਮਾਂਡ ਤੇ ਭੇਜਿਆ। ਰੰਗਦਾਰੀ ਮਾਮਲੇ 'ਚ ਕੀਤੀ ਜਾ ਰਹੀ ਪੁੱਛਗਿੱਛ। ਚੰਡੀਗੜ੍ਹ ਦੇ ਹਲੋ ਮਾਜਰਾ ਦੇ ਵਿੱਚ ਮੋਮਬੱਤੀ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ। ਮੌਕੇ ਤੇ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਜੂਦ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ। ਨਕੋਦਰ ਦੇ ਪਿੰਡ ਢਾਲੀਵਾਲ ਦੇ ਨੇੜੇ ਸਵਿਫਟ ਕਾਰ ਤੇ ਇਨੋਵਾ ਕਾਰ ਦੇ ਵਿਚਾਲੇ ਭਿਆਨਕ ਟੱਕਰ। ਹਾਦਸੇ 'ਚ 2 ਨੌਜਵਾਨਾਂ ਦੀ ਮੌਕੇ ਤੇ ਮੌਤ, 4 ਲੜਕੀਆਂ ਗੰਭੀਰ ਜ਼ਖਮੀ। ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀਆਂ ਸਨ ਕੁੜੀਆਂ। ਸੰਸਦ ਹਮਲੇ ਦੀ 21ਵੀਂ ਬਰਸੀ ਅੱਜ। ਪੀਐਮ ਮੋਦੀ ਨੇ ਸ਼ਹੀਦ ਪੁਲਿਸ ਕਰਮੀਆਂ ਤੇ ਕਰਮਚਾਰੀਆਂ ਨੂੰ ਦਿੱਤੀ ਸ਼ਰਧਾਂਜਲੀ। ਅਮਿਤ ਸ਼ਾਹ, ਰਾਜਨਾਥ ਸਿੰਘ ਤੇ ਖੜਗੇ ਵੀ ਰਹੇ ਮੌਜੂਦ। ਸਤਿ ਸ਼੍ਰੀ ਅਕਾਲ। ਇਸ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ੋ ਸੰਧੂ। ਤਾਂ ਬੁਲੇਟਿਨ ਦੀ ਸ਼ੁਰੂਆਤ ਇੱਕ ਮੰਦਭਾਗੀ ਖਬਰ ਤੋਂ ਕਰਦੇ ਹਾਂ। ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ ਹੋ ਗਿਆ। ਅਕਾਲੀ ਦਲ ਦੇ ਸਰਪ੍ਰਸਤ ਸਨ ਔਰ ਮਾਝੇ ਦੇ ਜਰਨੈਲ ਇਹਨਾਂ ਨੂੰ ਕਿਹਾ ਜਾਂਦਾ ਸੀ। ਤਾਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਅਖੀਰਲੇ ਸਾਹ ਲਏ ਨੇ। ਕਾਫੀ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਔਰ ਚੰਡੀਗੜ੍ਹ ਪੀਜੀਆਈ ਦੇ ਵਿੱਚ ਐਡਮਿਟ ਸਨ। ਤਾਂ ਉੱਥੇ ਇਲਾਜ ਚੱਲ ਰਿਹਾ ਸੀ। ਪਰ ਹਾਲੇ ਦੀ ਖਬਰ ਹੈ, ਥੋੜੇ ਸਮੇਂ ਪਹਿਲਾਂ ਦੀ ਖਬਰ ਹੈ, ਜਿਸ ਵੇਲੇ ਇਹ ਖਬਰ ਆਉਂਦੀ ਹੈ ਕਿ ਬ੍ਰਹਮਪੁਰਾ ਨਹੀਂ ਰਹੇ। ਸੁਖਬੀਰ ਬਾਦਲ ਨੇ ਦੱਸ ਦਈਏ ਕਿ ਦੁੱਖ ਜਤਾਇਆ ਹੈ ਔਰ 85 ਵਰਿਆਂ ਦੇ ਸਨ ਰਣਜੀਤ ਸਿੰਘ ਬ੍ਰਹਮਪੁਰਾ। ਪੂਰਾ ਸਿਆਸੀ ਜੋ ਹੈ ਇਹਨਾਂ ਦਾ ਕਰੀਅਰ ਰਿਹਾ ਹੈ ਕਿਸ ਤਰੀਕੇ ਦਾ, ਇਸ ਦੇ ਬਾਰੇ ਸਭ ਭਲੀਭਾਂਤੀ ਜਾਣੂ ਨੇ। ਦੱਸ ਦਈਏ ਕਿ ਟੀਨ ਏਜਰ ਤੋਂ ਇਹਨਾਂ ਨੇ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਔਰ ਹੁਣ ਤੱਕ 85 ਸਾਲ ਤੱਕ ਇਹਨਾਂ ਦੇ ਵੱਲੋਂ ਹੁਣ ਤੱਕ ਸਰਗਰਮੀ ਜਿਹੜੀ ਹੈ ਉਹ ਰਹੀ ਹੈ। ਤਾਂ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕੀਤਾ ਗਿਆ। ਸੁਖਬੀਰ ਬਾਦਲ ਨੇ ਟਵੀਟ ਕੀਤਾ ਔਰ ਟਵੀਟ ਕਰਕੇ ਇਹ ਦੁੱਖ ਜ਼ਾਹਿਰ ਕੀਤਾ। ਲਿਖਦੇ ਨੇ, ਅਣਥੱਕ ਪੰਥਕ ਯੋਧੇ ਅਤੇ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਜੀ ਬ੍ਰਹਮਪੁਰਾ ਦਾ ਚਲੇ ਜਾਣਾ ਪੰਥ, ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਹੈ। ਇਸ ਝਟਕੇ ਨੂੰ ਪੂਰਾ ਕਰਨਾ ਬਹੁਤ ਔਖਾ ਹੋਏਗਾ। ਜਥੇਦਾਰ ਸਾਹਿਬ ਸਾਰੀ ਉਮਰ ਰਾਜਨੀਤੀ ਦੇ ਵਿੱਚ ਪੰਥਕ ਕਦਰਾਂ ਕੀਮਤਾਂ ਤੇ ਅਟਲ ਪ੍ਰਤੀਕ ਬਣੇ ਰਹੇ ਅਤੇ ਇਹਨਾਂ ਦੀ ਰਾਖੀ ਦੇ ਲਈ ਮੋਹਰੀ ਰਹੇ। ਮੈਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਣ ਦੀ ਅਰਦਾਸ ਕਰਦਾ ਤਾਂ। ਇਹ ਟਵੀਟ ਕੀਤਾ ਗਿਆ ਸੁਖਬੀਰ ਬਾਦਲ ਦੇ ਵੱਲੋਂ। ਬਿਕਰਮ ਮਜੀਠੀਆ ਵੀ ਟਵੀਟ ਕਰਦੇ ਨੇ। ਉਹਨਾਂ ਨੇ ਵੀ ਦੁੱਖ ਜ਼ਾਹਿਰ ਕੀਤਾ ਔਰ ਲਿਖਦੇ ਨੇ, ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਜੀ ਦੇ ਅਕਾਲ ਚਲਾਣੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਹੈ। ਜਥੇਦਾਰ ਸਾਹਿਬ ਨਿਰੰਤਰ ਤਾਕਤ ਅਤੇ ਪ੍ਰੇਰਣਾ ਦੇ ਸਰੋਤ ਸਨ। ਉਸ ਦੀ ਗੈਰ ਹਾਜ਼ਰੀ ਮਹਿਸੂਸ ਕੀਤੀ ਜਾਵੇਗੀ। ਮੈਂ ਇਸ ਦੁਖਦਾਈ ਮੌਕੇ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਪੂਰੇ ਪਰਿਵਾਰ ਦੇ ਨਾਲ ਡੂੰਗੀ ਸੰਵੇਦਨਾ ਪ੍ਰਗਟ ਕਰਦਾ ਹਾਂ। ਸੋ ਬਿਕਰਮ ਮਜੀਠੀਆ ਨੇ ਇਹ ਟਵੀਟ ਕੀਤਾ। ਹਾਲਾਂਕਿ ਉਹਨਾਂ ਨੇ ਨਿਊਜ਼ 18 ਪੰਜਾਬ ਦੇ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੇ ਵੱਲੋਂ ਦੁੱਖ ਜ਼ਾਹਿਰ ਕੀਤਾ ਗਿਆ। ਹਰਸਿਮਰਤ ਬਾਦਲ ਨੇ ਵੀ ਟਵੀਟ ਕੀਤਾ। ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਟਵੀਟ ਕਰਦੇ ਨੇ, ਲਿਖਦੇ ਨੇ, ਅਕਾਲੀ ਦਲ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਦੇਹਾਂਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ। ਉਕੇ ਅਕਾਲੀ ਆਗੂ ਨੂੰ ਪੰਥ ਅਤੇ ਪਾਰਟੀ ਦੀ ਸੇਵਾ ਲਈ ਯਾਦ ਕੀਤਾ ਜਾਵੇਗਾ। ਦੁਖੀ ਪਰਿਵਾਰ ਪ੍ਰਤੀ ਮੇਰੀ ਸੰਵੇਦਨਾ। ਤਾਂ ਇਹ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਵੀ
ट्वीट किया गया, उन्होंने भी दुख जाहिर किया। तो वड्डे आगू जिहड़े ने बेशक वो श्रोमणी अकाली दल तो होण या फिर साबका श्रोमणी अकाली दल दे होण, तां उन्हां दे दुख जाहिर किया, क्योंकि मनजिंदर सिरसा भी कह रहे सी कि श्रोमणी अकाली दल नूं तां घाटा है ही है, बल्कि पंथ नूं भी है, क्योंकि जिस तरीके दा इन्हां दा रिहा जिम्मेवारियां रहियां ने, कंमकार रिहा इन्हां दा कार्ज रिहा, तां उस नूं सब याद कर रहे ने। जिक्र योग है कि एक समा पिछले समय दे विच कई साल अजिहा भी आया जदों ब्रह्मपुरा वख हो गए सन, श्रोमणी अकाली दल तो नाराजगी जाहिर की सी सेखवा और ब्रह्मपुरा, इस तो इलावा अजनाला, तो यह सब चार जिहड़े सीनियर लीडर सन श्रोमणी अकाली दल तां वखरे होए सी, नाराजगी जाहिर की सी। पर उस तो बाद थोड़े समय पहला ब्रह्मपुरा होरां ने श्रोमणी अकाली दल दे विच वापसी की और उस वेले तो काफी हर एक स्टेज ते कह सकते हैं कि सरगर्म नजर आउंदे सन। मोरले सीटां ते बैठे हुए श्रोमणी अकाली दल दे प्रधान सुखबीर बादल दे नाल नजर आउंदे सन। तां हुण देहांत दी खबर है, हालांकि 85 साल की उम्र सी, बजुर्ग भी सन और बीमार भी चल रहे थे, काफी समय तो बीमार सन, पीजीआई दे विच इलाज चल रहा सी। तां हुण देहांत की खबर आई है, जिस तो बाद श्रोमणी अकाली दल दे लगभग सारे आगू जिहड़े ने दुख दा प्रगटावा कर रहे ने और उन्हां दे परिवार दे प्रति संवेदना प्रगट कर रहे ने। बेशक सुखबीर बादल होण, बिक्रम मजीठिया होण, हरसिमरत बादल होण, विरसा सिंह वलटोहा होण, तां होर आगू जिहड़े ने उन्हां दे वल्लों दुख दा प्रगटावा कीता गया। सो दस दईए कि लंबा समा राजनीति कह लीए कि ज्यादातर जिहड़ा समा है अपना सियासी उन्होंने गुजारिया है और एक्टिव रहे ने, पंथ दा एक चेहरा रहे ने वड्डा, और खास तौर पर माझे के जरनैल भी इन्हों कहा जाता रहा, क्योंकि माझे तो आते सन। तो हुण ट्वीट भी किए गए ने, इस तो इलावा गलबात भी की गई है, दुख का प्रगटावा किया गया। मनजिंदर सिंह सिरसा दे वल्लों की कुछ कहा गया है, सुनते हैं। उन्होंने अकाल चलाने नाल ना केवल परिवार नूं, पार्टी नूं, बल्कि पंथ नूं भी बहुत वड्डा घाटा पिया है। वो मेरे वर्गे हज़ारां लखां नौजवानों के प्रेरणा के स्रोत सी, मार्गदर्शक सी, और उन्हें हमेशा ही पंथ के वास्ते लगातार निरंतर अपनी सेवावां दित्तियां और बड़ा जज्बे दे नाल, भावें इहदे वास्ते उन्होंने जेलां कट्टणियां पैणियां होण, भावें माड़ा समा देखना होवे, पर पंथ के दर्द उन्हां दे मन के अंदर सी। तो इस अकाल चलाण दे नाल सारे पंथ दर्दियों नूं बहुत वड्डा घाटा पिया। मैं अपने वल्लों, अपनी पार्टी भारतीय जनता पार्टी वल्लों इस महान शख्सियत के चरणों च शरदा दे सुमन सरदार सुखबीर सिंह दा तो मनजिंदर सिरसा दे वल्लों ये दुख प्रगटावा किया गया है और उन्हां दा सियासी करियर दी जिक्र किया जाए, पंथ के प्रति जो उन्हां दियां रहियां ने योगदान रहा, सो उसका जिक्र किया। तो इस तो इलावा थोड़ी देर पहला न्यूज़ 18 पंजाब ते मेरे सहयोगी दे नाल गलबात की है बिक्रम मजीठिया होरां ने, वो भी सुना देंगे। सारिਆਂ ਨੂੰ और खास तौर पे ਮਾਝੇ ਵਾਲਿਆਂ ਨੂੰ ਸਾਡੇ बहुत ही सत्कारयोग बुजुर्ग ਮਾਝੇ ਦੇ जरनैल सर रंजीत सिंह जी ब्रह्मपुरा साहब ਦਾ ਸਾਡੇ ਕੋਲੋਂ सदा वास्ते विछड़ जाण ਦਾ इस गल ਦਾ बहुत दुख है ਤੇ बहुत ਵੱਡਾ ਘਾਟਾ जी। मैं समझदा ना पूरा होने वाला घाटा, क्योंकि ब्रह्मपुरा साहब की एडी वड्डी उम्र सी और बहुत तजर्बा सी और उन्होंने बड़े पिंड के लैवल तो उठ के आपदा पोलिटिकली और माझे नूं अगे ले जाने वास्ते और खास तौर पर श्रोमणी अकाली दल पंथ के भले वास्ते पंथिक सोच दे वो धारनी सन और पंथिक सोच नूं श्रोमणी अकाली दल नूं अगे ले जाने वास्ते बहुत वड्डा उपराला ते बड़ी वड्डी हिम्मत सी। माझे दे लोग उन्हां नूं माझे दे जरनैल वजों जानते सी, प्यार करते सी, उन्हां दी पहचान सी और उन्होंने भी हमेशा वो प्यार माझे दे लोकां नूं, पंजाब दे लोकां नूं दिता। इसलिए बहुत इट्स अ वेरी बिग लॉस जी, लफ्ज़ां नाल कदे बयान नहीं किया जा सकता। इसलिए जिथे मैं उन्होंने परिवार नाल दुख साझा करना है, मगर मैं समझदा इकल्ले परिवार का दुख नहीं जी, उन्होंने वड्डा परिवार श्रोमणी अकाली दल सी और उस वड्डे परिवार नाल असी जिथे दुख भी साझा करते हैं, मैं समझदा सारा परिवार अज श्रोमणी अकाली दल का उन्होंने ते जान पे बहुत अफसोस है। बड़ा वड्डा ये घाट वजूगी, जिहड़ी गुरु कृपा करे फिर ही पूरी हो सकती है जी। मजीठिया जी, खास करके जो उस समय तो देखिए जो अकाली दल दे विच आपस दे विच किते ना किते
ਅਜਿਹੇ ਵਿਰੋਧ, ਆਪਸੀ ਵਿਰੋਧ ਵੀ ਦੇਖਣ ਨੂੰ ਮਿਲ ਰਹੇ ਨੇ। ਅਸੀਂ ਕਹੀਏ ਕਿ ਇੱਕ ਨਵਾਂ ਪੜਾਅ ਕਹਿ ਸਕਦੇ ਹਾਂ ਅਕਾਲੀ ਦਲ ਦੇ ਲਈ, ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਇਆ ਤੇ ਅਜਿਹੇ ਸਮੇਂ ਤੇ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਵਾਪਸੀ ਵੀ ਕਰਦੇ ਨੇ। ਤਾਂ ਅਜਿਹੇ ਸਮੇਂ 'ਚ ਜਦੋਂ ਇੱਕ ਪੁਰਾਣੀ, ਅਸੀਂ ਕਹਿ ਸਕਦੇ ਹਾਂ ਕਿ ਪੁਰਾਣੀ ਜਿਹੜੀ ਲੀਡਰਸ਼ਿਪ ਜਿਹੜੀ ਲੰਬਾ ਸਮਾਂ ਸਿਆਸਤ 'ਚ ਰਹੀ ਹੈ ਤੇ ਅਕਾਲੀ ਸਿਆਸਤ 'ਚ ਰਹੀ ਹੈ, ਉਸ ਦਾ ਚਲੇ ਜਾਣਾ ਕਿੰਨਾ ਵੱਡਾ ਘਾਟਾ ਇਸ ਨੂੰ ਮੰਨਦੇ ਹੋ ਜਾਂ ਕਿਵੇਂ ਦੇਖਦੇ ਹੋ? ਦੇਖੋ, ਇਸ ਗੱਲ ਤੋਂ ਬ੍ਰਹਮਪੁਰਾ ਸਾਹਿਬ ਦੇ ਨਾ ਜੀ ਬਿਨ ਬੋਲਿਆ ਔਰ ਬੋਲ ਕੇ ਕਹਿ ਕੇ ਵੀ ਸਭ ਕੁਝ ਕਹਿ ਜਾਂਦੇ ਸੀ ਜੀ। ਤੁਸੀਂ ਇੱਕ ਗੱਲ ਵੇਖੋ, ਭਾਵੇਂ ਉਹਨਾਂ ਦੇ ਮਨ 'ਚ ਕਿਸੇ ਗੱਲ ਦਾ ਵਖਰੇਵਾ ਸੀ, ਮਗਰ ਉਹਨਾਂ ਨੇ ਇਸ ਗੱਲ ਨੂੰ ਰਿਅਲਾਈਜ਼ ਕੀਤਾ ਕਿ 2022 ਦੀ ਇਲੈਕਸ਼ਨ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਜੇ ਕਿਸੇ ਹੋਰ ਦੇ ਹੱਥ ਜੋ ਰਾਜਨੀਤੀ ਚੱਲਦੀ ਸੀ ਉਸ ਨੂੰ ਐਕਸਪੋਜ਼ ਵੀ ਕੀਤਾ। ਜੋ ਕੁਝ ਦੂਜੇ ਸੀਗੇ ਬੰਦੇ ਪੰਥਕ ਸੋਚ ਦਾ ਦਿਖਾਵਾ ਕਰਦੇ ਸੀ, ਉਹਨਾਂ ਨੂੰ ਐਕਸਪੋਜ਼ ਕੀਤਾ। ਅਸਲ ਪੰਥਕ ਸੋਚ ਕੀ ਹੁੰਦੀ ਹੈ? ਦੇਖੋ, ਪਾਰਟੀ ਨੇ ਮਾਣ ਦਿੱਤਾ ਨਾ ਜੀ, ਜਿੰਨੇ ਵੀ ਲੀਡਰਾਂ ਦੀ ਆਪਾਂ ਜਾਂ ਵੱਖ-ਵੱਖ ਅਕਾਲੀ ਦਲ ਦੀ ਗੱਲ ਕਰ ਦਿੰਨੇ ਆਪਾਂ ਅੱਜ, ਮਾਣ ਉਹਨਾਂ ਨੂੰ ਕਿੱਥੇ ਮਿਲਦਾ ਰਿਹਾ? ਜਦੋਂ ਮੇਨ ਸਟ੍ਰੀਮ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸੀ, ਬਾਦਲ ਸਾਹਿਬ ਨੇ ਉਹਨਾਂ ਨੂੰ, ਸਾਰੇ ਲੀਡਰ ਸਾਹਿਬਾਨਾਂ ਨੂੰ ਵੱਡੀ ਵਜ਼ੀਰੀਆਂ, ਵੱਡੇ ਅਹੁਦੇ ਦਿੱਤੇ। ਔਰ ਬ੍ਰਹਮਪੁਰਾ ਸਾਹਿਬ ਦੀ ਇਸ ਗੱਲ ਦੀ ਅਸੀਂ ਕਿੰਨਾ ਲਫ਼ਜ਼ਾਂ ਨਾਲ ਧੰਨਵਾਦ, ਸ਼ੁਕਰਾਨਾ ਜਾਂ ਸ਼ਲਾਘਾ ਕਰੀਏ ਕਿ ਬ੍ਰਹਮਪੁਰਾ ਸਾਹਿਬ ਨੇ ਇਸ ਗੱਲ ਨੂੰ ਬਖੂਬੀ ਸਮਝਿਆ ਕਿ ਕੁਝ ਸ਼ਰਾਰਤੀ ਲੋਕ ਨਜਾਇਜ਼ ਫਾਇਦਾ ਇਸ ਗੱਲ ਦਾ ਪੰਥ ਨੂੰ ਖੇਰੂ ਕਰਕੇ ਉਠਾਉਣਾ ਚਾਹੁੰਦੇ, ਉਹਨਾਂ ਨੂੰ ਮੌਕਾ ਨਹੀਂ ਦਿੱਤਾ ਔਰ ਉਹ ਵਾਪਸ ਉਸੇ ਸ਼੍ਰੋਮਣੀ ਅਕਾਲੀ ਦਲ ਨਾਲ ਪੰਥ ਦੀ ਮਜ਼ਬੂਤੀ ਵਾਸਤੇ ਆ ਕੇ ਖਲੋ ਗਏ। ਔਰ ਅਖੀਰਲੇ ਸਾਹਾਂ ਤੱਕ ਜਿਸ ਪੰਥ ਨੇ ਉਹਨਾਂ ਨੂੰ ਮਾਣ ਦਿੱਤਾ ਸੀ, ਜੋ ਸ਼੍ਰੋਮਣੀ ਅਕਾਲੀ ਦਲ ਨੇ ਮਾਣ ਦਿੱਤਾ ਸੀ, ਉਹਦੇ ਨਾਲ ਅਖੀਰਲੇ ਸਾਹਾਂ ਤੱਕ ਰਹੇ। ਇਹ ਹੁੰਦਾ ਜੀ ਅਸਲ ਮਤਲਬ ਆਪ ਦੇ ਪਰਸਨਲ ਗੱਲਾਂ ਪਾਸੇ ਰੱਖ ਕੇ, ਠੀਕ ਹੈ ਵੱਖਰੇਵੇਂ ਹਰ ਪਰਿਵਾਰ 'ਚ ਹੁੰਦੇ ਨੇ, ਵੱਖੋ-ਵੱਖ ਸੋਚਣ ਦਾ ਤਰੀਕਾ ਹਰ ਪਰਿਵਾਰ 'ਚ ਹੈ, ਤੁਹਾਡੇ ਅਦਾਰੇ 'ਚ ਹੈ, ਮਗਰ ਐਂਡ ਆਫ ਦ ਡੇ ਤੁਸੀਂ ਇੱਕ ਯੂਨਾਈਟਿਡ ਫੇਸ ਦਿੰਦੇ ਹੋ। ਆਪ ਦੀ ਕਈ ਗੱਲਾਂ ਪਾਸੇ ਰੱਖ ਕੇ ਵੀ ਭਲੇ ਵਾਸਤੇ ਇਕੱਠੇ ਰਹਿੰਦੇ ਹੋ ਔਰ ਇਸ ਗੱਲ ਦੀ ਕਦਰ ਮਾਂ ਨੂੰ, ਪਾਰਟੀ ਨੂੰ ਮਾਂ ਵਰਗਾ ਸਤਿਕਾਰ ਦੇਣਾ ਔਰ ਉਸ ਪਾਰਟੀ ਦੇ ਨਾਲ ਇਹ ਅਖੀਰਲੀ ਸਾਵਾਂ ਤੱਕ ਉਹਦੀ ਮਜ਼ਬੂਤੀ ਲਈ ਗੱਲ ਕਰਨੀ, ਇਹ ਬ੍ਰਹਮਪੁਰਾ ਸਾਹਿਬ ਹੀ ਰਸਤਾ ਵਿਖਾ ਸਕਦੇ ਸੀ। ਔਰ ਮੈਂ ਸਮਝਦਾ ਬਹੁਤ ਕੁਝ ਸਿੱਖਣ ਦੀ ਲੋੜ ਹੈ ਜੀ। ਬ੍ਰਹਮਪੁਰਾ ਸਾਹਿਬ ਵਰਗੀ ਸ਼ਖਸੀਅਤ ਦਾ ਚਲੇ ਜਾਣਾ ਮਾਝੇ ਲਈ ਬਹੁਤ ਵੱਡਾ ਘਾਟਾ, ਪੰਜਾਬ ਲਈ, ਸ਼੍ਰੋਮਣੀ ਅਕਾਲੀ ਦਲ ਲਈ ਨਾ ਪੂਰਾ ਹੋਣ ਵਾਲਾ ਘਾਟਾ। ਹੁਣ ਅੱਗੇ ਵਧਾਂਗੇ। ਇਸ ਤੋਂ ਬਾਅਦ ਤਾਂ ਹੁਣ ਐਸਐਸਪੀ ਤੇ ਸਿਆਸੀ ਵਾਰ ਨਜ਼ਰ ਆ ਰਹੀ ਹੈ। ਜੀ ਹਾਂ, ਹੁਣ ਚੰਡੀਗੜ੍ਹ ਦੇ ਐਸਐਸਪੀ ਤੇ ਸਿਆਸੀ ਲੜਾਈ ਵੇਖਣ ਨੂੰ ਮਿਲ ਰਹੀ ਹੈ। ਐਸਐਸਪੀ ਕੁਲਦੀਪ ਚਾਹਲ ਨੂੰ ਰਿਲੀਵ ਕਰਨ ਤੇ ਸਿਆਸੀ ਘਮਸਾਨ ਛਿੜ ਗਿਆ। ਆਮ ਆਦਮੀ ਪਾਰਟੀ ਨੇ ਕੇਂਦਰ ਤੇ ਸਵਾਲ ਚੁੱਕੇ ਨੇ ਔਰ ਕੇਂਦਰ ਦਾ ਪੰਜਾਬ ਵਿਰੋਧੀ ਮਨਸੂਬਾ ਸਾਹਮਣੇ ਆਇਆ। ਆਮ ਆਦਮੀ ਪਾਰਟੀ ਨੇ ਕਿਹਾ ਚੰਡੀਗੜ੍ਹ ਤੋਂ ਖਤਮ ਕੀਤਾ ਜਾ ਰਿਹਾ ਪੰਜਾਬ ਦਾ ਅਧਿਕਾਰ। ਇਹ ਇਲਜ਼ਾਮ ਲਗਾਏ ਨੇ ਚਾਹਲ ਨੂੰ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਹਟਾਇਆ ਗਿਆ ਹੈ। ਚੰਡੀਗੜ੍ਹ ਦੇ ਵਿੱਚ ਹਮੇਸ਼ਾ ਪੰਜਾਬ ਕੈਡਰ ਦਾ ਐਸਐਸਪੀ ਕੰਮ ਕਰਦਾ ਰਿਹਾ। ਉਹਨਾਂ ਦਾ ਇਹ ਵੀ ਕਹਿਣਾ ਪੰਜਾਬ ਕੈਡਰ ਦੇ ਆਈਪੀਐਸ ਅਧਿਕਾਰੀ ਨੇ ਕੁਲਦੀਪ ਚਾਹਲ ਦੱਸ ਦਈਏ ਕਿ ਬੀਤੇ ਕੱਲ ਕੇਂਦਰੀ ਗ੍ਰਹਿ ਵਿਭਾਗ ਨੇ ਐਸਐਸਪੀ ਕੁਲਦੀਪ ਚਾਹਲ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਅਤੇ ਉਹਨਾਂ ਦੀ ਥਾਂ ਤੇ ਹਰਿਆਣਾ ਕੈਡਰ ਦੀ ਆਈਪੀਐਸ ਅਧਿਕਾਰੀ ਮਨੀਸ਼ਾ ਚੌਧਰੀ ਨੂੰ ਟੈਂਪਰੇਰੀ ਚਾਰਜ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਬਾਕੀ ਆਈਪੀਐਸ ਅਫਸਰਾਂ ਦੇ ਨਾਲ ਅਣਬਣ ਹੋਣ ਕਾਰਨ ਐਸਐਸਪੀ ਨੂੰ ਹਟਾਇਆ ਗਿਆ। ਪਹਿਲੀ ਵਾਰ ਹੈ ਕਿ 3 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਚੰਡੀਗੜ੍ਹ ਦੇ ਐਸਐਸਪੀ ਨੂੰ ਹਟਾਇਆ ਗਿਆ ਹੋਵੇ, ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਤੋਂ ਪੈਨਲ ਦੀ ਮੰਗ ਕਰਕੇ ਐਸਐਸਪੀ ਨੂੰ ਹਟਾਇਆ ਜਾਂਦਾ ਸੀ। ਤਾਂ ਕਿ ਕਾਰਜਕਾਲ ਜਦੋਂ ਉਸ ਵੇ 3 ਸਾਲ ਪੂਰੇ ਹੋ ਜਾਂਦੇ ਸਨ, ਉਸ ਤੋਂ ਪਹਿਲਾਂ ਨਹੀਂ ਹਟਾਇਆ ਗਿਆ। ਤਾਂ ਇਹ ਪਹਿਲੀ ਵਾਰ ਹੋਇਆ ਸੀ, ਜਿਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ। ਆਮ ਆਦਮੀ ਪਾਰਟੀ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਔਰ ਫਿਰ ਤੋਂ ਇਹੋ ਇਲਜ਼ਾਮ ਲਗਾਏ ਜਾ ਰਹੇ ਨੇ ਕੇਂਦਰ ਤੇ ਕਿ ਇਸ ਤਰੀਕੇ ਦੇ ਨਾਲ ਪੰਜਾਬ ਵਿਰੋਧੀ ਮਨਸੂਬਾ ਜੋ ਹੈ ਉਹ ਕੇਂਦਰ ਦਾ ਨਜ਼ਰ ਆ ਰਿਹਾ ਹੈ। ਚੰਡੀਗੜ੍ਹ ਦੇ ਵਿੱਚ ਦੱਸ ਦਈਏ ਕਿ ਪਹਿਲਾਂ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਸ ਨੂੰ ਲੈ ਕੇ ਸਵਾਲ ਚੁੱਕਦੀਆਂ ਰਹੀਆਂ ਨੇ ਪੰਜਾਬ ਦੀਆਂ ਪਾਰਟੀਆਂ, ਬੇਸ਼ੱਕ ਸੱਤਾਧਾਰੀ ਪਾਰਟੀ ਹੋਵੇ ਜਾਂ ਵਿਰੋਧੀ ਧਿਰ ਹੋਵੇ, ਔਰ ਹਮੇਸ਼ਾ ਇਲਜ਼ਾਮ ਲੱਗਦੇ ਰਹੇ ਨੇ ਕਿ ਕੇਂਦਰ ਪੰਜਾਬ ਦੇ ਨਾਲ ਇਸ ਤਰੀਕੇ ਦਾ ਰਵੱਈਆ ਅਪਣਾਉਂਦੀ ਹੈ ਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਦੀ ਹਿਮਾਇਤ ਘੱਟ ਹੋਵੇ। ਔਰ ਬਹੁਤ ਸਾਰੇ ਅਜਿਹੇ ਮੁੱਦੇ ਨੇ, ਬਹੁਤ ਸਾਰੇ ਅਜਿਹੇ ਮੁੱਦੇ, ਬੇਸ਼ੱਕ ਉਹ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੋਵੇ ਜਾਂ ਫਿਰ ਹੁਣ ਵਿਧਾਨ ਸਭਾ ਦਾ ਹਾਲ ਹੀ ਦੇ ਵਿੱਚ ਜੋ ਮੁੱਦਾ ਉੱਠਿਆ।
बाजू की। बतौर SSP हमेशा ही पंजाब कैडर का IPS अफसर सेवा निभाता रहा और ये रवायत और परंपरा पुरानी है। पंजाब के गवर्नर ने विदाउट पंजाब सरकार नाल कंसल्ट कीते गैर संविधानिक तरीके नाल अहुदे तो हटाया, जिहड़ा कि मैनूं लगदा सीधा सीधा पंजाब के अधिकारां 'च दखलअंदाजी है। और एक बार फिर सामने आ गया कि भारतीय जनता पार्टी की सरकार जिहड़ी केंद्र 'च है वो गवर्नर के ऑफिस का किस तरीके नाल मिसयूज करती है। देश के फैडरल स्ट्रक्चर लई ये कोई चंगी गल नहीं है। ਜਦੋਂ ਤੋਂ ਸੈਂਟਰ ਦੇ ਵਿੱਚ BJP ਦੀ ਮੋਦੀ ਸਰਕਾਰ ਬਣੀ ਹੈ ਉਹ ਲਗਾਤਾਰ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਹੀ ਹੈ। ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਜਿਹੜਾ ਹੱਕ ਹੈ ਉਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚੰਡੀਗੜ੍ਹ ਦੇ ਗਵਰਨਰ ਨੇ ਜਿਸ ਤਰੀਕੇ ਨਾਲ ਚੰਡੀਗੜ੍ਹ ਦੇ SSP ਨੂੰ ਬਦਲ ਕੇ ਉਸ ਦੇ ਉੱਤੇ ਹਰਿਆਣਾ ਦੇ ਕੈਡਰ ਦਾ SSP ਲਗਾਇਆ, ਇਹ ਬਿਲਕੁਲ ਗਲਤ ਹੈ। ਆਮ ਆਦਮੀ ਪਾਰਟੀ ਇਸ ਦੀ ਨਖੇਦੀ ਕਰਦੀ ਹੈ। ਜਿਸ ਲੈਵਲ ਤੇ ਵਿਰੋਧ ਕਰਨਾ ਪਿਆ ਆਮ ਆਦਮੀ ਪਾਰਟੀ ਇਸ ਦਾ ਵਿਰੋਧ ਕਰੇਗੀ ਔਰ ਕੇਂਦਰ ਸਰਕਾਰ ਨੂੰ ਵੀ ਸਮਝਣਾ ਚਾਹੀਦਾ ਕਿ ਲੋਕਤੰਤਰ ਦੇ ਵਿੱਚ ਸੂਬਿਆਂ ਦੇ ਆਪਣੇ ਹੱਕ ਹੁੰਦੇ ਆ, ਕੇਂਦਰ ਦੇ ਆਪਣੇ ਹੱਕ ਹੁੰਦੇ ਆ। ਤਾਂ ਇਹ ਸਵਾਲ ਚੁੱਕੇ ਗਏ ਨੇ। ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਹੈ ਤਾਂ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਇਹ ਬਿਲਕੁਲ ਗੈਰ ਸੰਵਿਧਾਨਿਕ ਹੈ ਔਰ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਹਟਾਇਆ ਗਿਆ ਹੈ SSP ਨੂੰ, ਔਰ ਜਦਕਿ ਇਹ ਵੀ ਜਾਣਕਾਰੀ ਹੈ ਕਿ ਅਣਬਣ ਹੋਈ ਸੀ ਉਸ ਦੇ ਕਾਰਨ ਹਟਾਇਆ ਗਿਆ। ਹਾਲਾਂਕਿ ਹੁਣ ਸਵਾਲ ਇਹ ਉੱਠ ਰਹੇ ਨੇ ਕਿ ਹਰਿਆਣਾ ਕੈਡਰ ਦੇ SSP ਨੂੰ ਟੈਂਪਰੇਰੀ ਤੌਰ ਤੇ ਨਿਯੁਕਤ ਕਰ ਦਿੱਤਾ ਗਿਆ। ਵਿਜੇਪਾਲ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਵਿਜੇ, ਕਿਸ ਤਰੀਕੇ ਦੇ ਨਾਲ ਦੇਖ ਰਹੇ ਆ? ਇੱਕ ਹੋਰ ਕਹਿ ਸਕਦੇ ਆ ਮਸਲਾ ਅਜਿਹਾ ਉੱਠਿਆ ਜਿਸ ਦੇ ਵਿੱਚ ਸਵਾਲ ਉੱਠ ਰਹੇ ਨੇ ਕਿ ਪੰਜਾਬ ਦਾ ਹੱਕ ਚੰਡੀਗੜ੍ਹ ਤੇ ਘੱਟ ਕਰਨ ਦੇ ਲਈ ਇਹ ਜਾਣਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ। ਦੇਖੋ ਗੁਰਜੋਤ, ਇਸ ਦੇ ਵਿੱਚ ਦੋ ਤਿੰਨ ਚੀਜ਼ਾਂ ਨੇ ਜਿਹੜੀਆਂ ਟੈਕਨੀਕਲੀ ਦੇਖਣੀਆਂ ਪੈਣਗੀਆਂ, ਕਿਉਂਕਿ ਕੁਲਦੀਪ ਚਹਿਲ ਨੂੰ ਹਟਾ ਕੇ ਅੱਗੇ ਜਦੋਂ ਕੋਈ ਅਫਸਰ ਨਹੀਂ ਸੀ ਸਾਹਮਣੇ ਤਾਂ ਉਹਨਾਂ ਨੇ ਫਿਰ ਜਿਹੜੇ ਮੌਕੇ ਦੇ ਅਫਸਰ ਸੀਗੇ ਉਹਨਾਂ ਨੂੰ ਉਹ ਚਾਰਜ ਦੇਤਾ। ਉਹ ਕਿਉਂਕਿ ਜੇ ਇਮੀਡੀਏਟਲੀ ਜਦੋਂ ਕਿਸੇ ਅਫਸਰ ਨੂੰ ਹਟਾਇਆ ਜਾਂਦਾ ਤਾਂ ਉਹ ਪ੍ਰੋਸੈਸ ਤੇ ਫੋਲੋ ਹੋਈ ਨਹੀਂ, ਕਿਉਂਕਿ ਕੁਲਦੀਪ ਚਹਿਲ ਦਾ ਜਿਹੜਾ ਟੈਨਿਓਰ ਸੀ ਉਹ ਸੈਪਟੈਂਬਰ ਤੱਕ ਸੀ ਹਲੇ, ਔਰ 3 ਸਾਲ ਪੂਰੇ ਹੋਣ ਦੇ ਵਿੱਚ ਹਲੇ 8-9 ਮਹੀਨੇ ਪਏ ਸੀ ਔਰ 8-9 ਮਹੀਨਿਆਂ ਦੇ ਵਿੱਚ ਪਹਿਲਾਂ ਹੀ ਉਹਨਾਂ ਨੂੰ ਰਿਲੀਵ ਕਰ ਦਿੱਤਾ ਗਿਆ। ਇਹ ਸਵਾਲ ਜ਼ਰੂਰ ਹੈ। ਪੰਜਾਬ ਦੇ ਹੱਕ ਦਾ ਸਵਾਲ ਬਾਅਦ ਚ ਆਉਂਦਾ ਸੈਕਿੰਡ ਨੰਬਰ ਤੇ। ਪਹਿਲੇ ਨੰਬਰ ਤੇ ਸਵਾਲ ਇਹ ਹੈ ਕਿ ਕੁਲਦੀਪ ਸਿੰਘ ਚਹਿਲ ਨੂੰ ਜਦੋਂ 3 ਸਾਲ ਦੇ ਲਈ ਅਪੁਆਇੰਟ ਕੀਤਾ ਗਿਆ ਸੀ ਤਾਂ 3 ਸਾਲ ਤੋਂ ਪਹਿਲਾਂ ਉਹਨਾਂ ਨੂੰ ਹਟਾਇਆ ਕਿਉਂ ਗਿਆ? ਹਾਲਾਂਕਿ ਕਿਹਾ ਸਰਾਈਆਂ ਚਰਚਾਵਾਂ ਜ਼ਰੂਰ ਨੇ ਕਿ DG ਦੇ ਨਾਲ ਉਹਨਾਂ ਦੇ ਕੁਝ ਮਨਮੁਟਾਵ ਹੋਏ ਸੀ ਜਿਹਦੇ ਚੱਲਦੇ ਇਹ ਫੈਸਲਾ ਲਿਆ ਗਿਆ, ਪਰ ਇਸ ਬਾਰੇ ਸਪਸ਼ਟ ਕੋਈ ਜਾਣਕਾਰੀ ਨਹੀਂ ਹੈ, ਇਹ ਸਿਰਫ ਚਰਚਾਵਾਂ ਨੇ। ਸੋ ਸਵਾਲ ਬਜਾਏ ਪੰਜਾਬ ਦੇ ਕੈਡਰ ਦਾ ਖੋਣ ਦਾ ਨਹੀਂ ਹੈ, ਸਵਾਲ ਤੇ ਇਹ ਹੈ ਕਿ ਪਹਿਲਾਂ ਉਹਨਾਂ ਨੂੰ 3 ਸਾਲ ਤੋਂ ਪਹਿਲਾਂ ਹਟਾਇਆ ਕਿਉਂ ਗਿਆ। ਫਿਰ ਦੂਸਰੇ ਨੰਬਰ ਤੇ ਕੈਡਰ ਵਾਲੀ ਗੱਲ ਹੈ ਕਿ ਪੰਜਾਬ ਕੈਡਰ ਦੇ ਅਧਿਕਾਰੀ ਨੇ, ਕਿਉਂਕਿ SSP ਦੀ ਪੋਸਟ ਹੈ ਹੀ ਪੰਜਾਬ ਕੈਡਰ ਦੇ ਕੋਲ, ਸੋ ਉਸ ਦੀ ਇੱਕ ਪ੍ਰੋਸੈਸ ਹੁੰਦੀ ਹੈ। ਮੰਨ ਲਓ ਜੇ ਸੈਪਟੈਂਬਰ ਦੇ ਵਿੱਚ ਕੁਲਦੀਪ ਚਹਿਲ ਨੇ ਰਿਲੀਵ ਹੋਣਾ ਹੁੰਦਾ ਤਾਂ ਅਗਸਤ ਦੇ ਵਿੱਚ ਉਹ ਪ੍ਰੋਸੈਸ ਜਾਂ ਜੁਲਾਈ ਦੇ ਵਿੱਚ ਉਹ ਪ੍ਰੋਸੈਸ ਸ਼ੁਰੂ ਹੋ ਜਾਂਦੀ ਔਰ ਉੱਥੇ ਇੱਕ ਨਾਮ ਕੇਂਦਰ ਨੂੰ 3 ਨਾਮ ਪੈਨਲ ਦੇ ਰੂਪ ਦੇ ਵਿੱਚ ਭੇਜੇ ਜਾਂਦੇ ਔਰ ਉਹਦੇ ਚੋਂ ਇੱਕ ਨਾਮ ਫਾਈਨਲ ਹੁੰਦਾ ਪੰਜਾਬ ਦੇ 3 ਅਫਸਰਾਂ ਦੇ ਨਾਮਾਂ ਚੋਂ, ਉਹਦੇ ਚੋਂ ਇੱਕ ਨੂੰ ਚੰਡੀਗੜ੍ਹ ਦੇ SSP ਅਪੁਆਇੰਟ ਕਰ ਦਿੱਤਾ ਜਾਂਦਾ। ਸੋ ਇਹ ਪ੍ਰੋਸੈਸ ਹੁੰਦੀ ਹੈ, ਪਰ ਕਿਉਂਕਿ ਸੈਪਟੈਂਬਰ ਤੱਕ ਦਾ ਟੈਨਿਓਰ ਪੂਰਾ ਨਹੀਂ ਕਰਵਾਇਆ ਗਿਆ ਕੁਲਦੀਪ ਸਿੰਘ ਚਹਿਲ ਦਾ, ਉਹਨਾਂ ਨੂੰ ਟੈਨਿਓਰ ਤੋਂ ਪਹਿਲਾਂ ਹੀ ਇੱਥੋਂ ਬਦਲ ਦਿੱਤਾ ਗਿਆ। ਸੋ ਇਸ ਕਰਕੇ ਸਵਾਲ ਖੜੇ ਹੁੰਦੇ ਨੇ, ਕਿਉਂਕਿ ਇਮੀਡੀਏਟਲੀ ਚਾਰਜ ਤੇ ਫਿਰ ਆਫੀਸ਼ੀਏਟਿੰਗ ਚਾਰਜ ਕਿਸੇ ਨੂੰ ਦੇਣਾ ਸੀ ਤਾਂ ਉਹਨਾਂ ਨੇ ਆਫੀਸ਼ੀਏਟਿੰਗ ਚਾਰਜ ਜਿਹੜਾ ਸੀ ਉਹ ਜਿਹੜੇ ਹਰਿਆਣਾ ਕੈਡਰ ਦੇ ਨੇ, ਜਿਹੜੇ ਟ੍ਰੈਫਿਕ ਦੇ SSP ਨੇ, ਉਹਨਾਂ ਨੂੰ ਦੇ ਦਿੱਤਾ ਗਿਆ। ਸੋ ਪੋਲੀਟੀਕਲ ਪਾਰਟੀਆਂ ਆਪਣੇ ਤੌਰ ਤੇ ਸਵਾਲ ਉਠਾਉਂਦੀਆਂ ਨੇ, ਉਠਾ ਵੀ ਸਕਦੀਆਂ ਨੇ ਗੁਰਜੋਤ, ਪਰ ਅਸਲ ਦੇ ਵਿੱਚ ਕਿਉਂਕਿ ਜਦੋਂ ਕਿਸੇ ਇੱਕ ਅਫਸਰ ਨੂੰ ਬਦਲ ਦਿੱਤਾ ਜਾਂਦਾ ਤਾਂ ਫਿਰ ਦੂਸਰੇ ਨੂੰ ਚਾਰਜ ਤੇ ਦੇਣਾ ਹੀ ਹੁੰਦਾ। ਸੋ ਉਸ ਮੌਕੇ ਤੇ ਹੁਣ ਉੱਥੇ ਜੇ ਪੰਜਾਬ ਦੇ ਅਫਸਰ ਨਹੀਂ ਹਨ ਜਾਂ ਪੈਨਲ ਨਹੀਂ ਹੈ ਤਾਂ ਉਹਨਾਂ ਨੂੰ ਚਾਰਜ ਦੇਤਾ ਜਿਸ ਪੋਸਟ ਦੇ ਹਿਸਾਬ ਨਾਲ ਉਹ ਚਾਰਜ ਦੇਣਾ ਬਣਦਾ ਸੀ, ਕਿਉਂਕਿ ਕਿਸੇ ਛੋਟੇ ਅਫਸਰ ਨੂੰ ਤੇ ਉਹ ਚਾਰਜ ਦਿੱਤਾ ਨਹੀਂ ਜਾ ਸਕਦਾ, ਉਹ ਇਕੁਇਵਲੈਂਟ ਪੋਸਟ ਤੇ ਚਾਰਜ ਦੇਣਾ ਹੁੰਦਾ। ਸੋ ਉਹ ਪੋਸਟ ਕਿਉਂਕਿ ਹਰਿਆਣੇ ਦੇ ਕੈਡਰ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਕੋਲ ਸੀ, ਇਸ ਕਰਕੇ ਉਹਨਾਂ ਨੂੰ ਆਫੀਸ਼ੀਏਟਿੰਗ ਚਾਰਜ ਦਿੱਤਾ ਹੈ। ਹਾਂ, ਜੇ ਅਗਲੇ ਦਿਨਾਂ ਦੇ ਵਿੱਚ ਇਸ ਨੂੰ ਪਰਮਾਨੈਂਟ ਪੋਸਟ ਬਣਾਈ ਜਾਂਦੀ ਹੈ ਜਾਂ ਪੰਜਾਬ ਤੋਂ ਪੈਨਲ ਨਹੀਂ ਲਿਆ ਜਾਂਦਾ, ਫਿਰ ਪੰਜਾਬ ਦਾ ਕੰਸਰਨ ਜ਼ਰੂਰ ਹੈ ਜਾਂ ਫਿਰ ਪੰਜਾਬ ਦਾ ਜਿਹੜਾ ਇੱਕ ਪੋਲੀਟੀਕਲ ਇਸ਼ੂ ਬਣ ਸਕਦਾ ਹੈ। ਪਰ ਫੋਰ ਦਾ ਟਾਈਮ ਬਿੰਗ ਉਹਨਾਂ ਨੇ ਆਫੀਸ਼ੀਏਟਿੰਗ ਚਾਰਜ ਦਿੱਤਾ ਹੈ। ਹੁਣ ਪੰਜਾਬ ਤੋਂ ਪੈਨਲ ਮੰਗਿਆ ਜਾਏਗਾ ਔਰ ਉਹਦੇ ਚੋਂ ਫਿਰ ਇੱਕ ਨਾਮ ਕੇਂਦਰ ਸਿਲੈਕਟ ਕਰਕੇ ਅਪੁਆਇੰਟ ਕਰ ਦੇਗਾ। ਇਹ ਹੁਣ ਅਗਲੇ ਦਿਨਾਂ 'ਚ ਦੇਖਣਾ ਹੋਏਗਾ ਕਿਵੇਂ ਕਰਦਾ। ਪਰ ਸਵਾਲ ਜਿਵੇਂ ਮੈਂ ਪਹਿਲੇ ਕਹਿ ਰਿਹਾ ਸੀ ਕਿ ਇੱਥੇ ਉੱਠਦੇ ਨੇ ਕਿ ਕੁਲਦੀਪ ਚਹਿਲ ਨੂੰ ਉਹਨਾਂ ਦਾ ਟੈਨਿਓਰ ਪੂਰਾ ਕਿਉਂ ਨਹੀਂ ਕਰਨ ਦਿੱਤਾ ਗਿਆ। ਸਵਾਲ ਇਹ ਨੇ ਕਿਉਂਕਿ ਹੁਣ ਤੱਕ ਜਿੰਨੇ ਵੀ SSP, ਜੇ ਮੈਂ ਆਪਣੇ ਪਿਛਲੇ 15-20 ਸਾਲ ਦੇ ਪੋਲੀਟੀਕਲ ਆਪਣੇ ਜਰਨਲਿਜ਼ਮ ਦੇ ਕੈਰੀਅਰ ਦੀ ਗੱਲ ਕਰਾਂ ਤਾਂ
ਉਸ ਸਮੇਂ ਦੌਰਾਨ ਜਿੰਨੇ ਕੁ ਦੇਰ ਦੇ ਅਸੀਂ ਕਵਰੇਜ ਕਰਦੇ ਆਉਣੇ ਆ, ਜਿੰਨੇ ਵੀ ਐਸਐਸਪੀ ਚੰਡੀਗੜ੍ਹ ਦੇ ਵਿੱਚ ਲੱਗੇ ਨੇ, ਹਰ ਕੋਈ ਆਪਣਾ ਟੈਨਿਓਰ ਪੂਰਾ ਕਰਕੇ ਗਿਆ ਤਕਰੀਬਨ। ਜੇ ਮੈਂ ਪਿਛਲੇ 15 ਕੁ ਸਾਲ ਦਾ ਡਾਟਾ ਵੀ ਚੈੱਕ ਕਰਾਂ ਤਾਂ ਪਰ ਇਹ ਪਿਛਲੇ 15 ਸਾਲ ਦੇ ਵਿੱਚ 15 16 17 ਸਾਲ ਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਇੱਕ ਐਸਐਸਪੀ ਨੂੰ ਉਹਨਾਂ ਦਾ ਟੈਨਿਓਰ ਖਤਮ ਹੋਣ ਪੂਰਾ ਹੋਣ ਤੋਂ ਪਹਿਲਾਂ ਹੀ ਬਦਲ ਦਿੱਤਾ ਗਿਆ। ਇਹ ਜ਼ਰੂਰ ਸਵਾਲਾਂ ਦੇ ਘੇਰੇ। ਜੀ ਠੀਕ ਹੈ ਵਿਜੇ, ਧੰਨਵਾਦ ਹੈ तमाम ਗੱਲਬਾਤ ਦੇ ਲਈ। ਤਾਂ ਇਹ ਸਵਾਲ ਉੱਠ ਰਹੇ ਨੇ, 2-3 ਪੁਆਇੰਟ ਮੇਰੇ ਸਹਿਯੋਗੀ ਵਿਜੇ ਬਰਾੜ ਜਿਸ ਦਾ ਜ਼ਿਕਰ ਕਰ ਰਹੇ ਸੀ ਕਿ ਇਹ ਇਸ ਵੇਲੇ ਮੁੱਦਾ ਇਸ ਕਰਕੇ ਵੀ ਉੱਠ ਰਿਹਾ ਹੈ। ਨੀਲ ਗਰਗ ਫੋਨ ਲਾਈਨ ਤੇ ਸਾਡੇ ਨਾਲ ਜੁੜ ਚੁੱਕੇ ਨੇ, ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਨੇ। ਗਰਗ ਸਾਹਿਬ, ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਅਸੀਂ ਬਿਆਨ ਵੀ ਸੁਣਵਾਇਆ ਤੁਹਾਡਾ, ਤੁਸੀਂ ਸਵਾਲ ਚੁੱਕ ਰਹੇ ਹੋ ਕਿ ਕਿਉਂ ਇਹ ਨਿਯੁਕਤੀ ਹੋਈ ਹੈ ਔਰ ਇਸ ਦੇ ਪਿੱਛੇ ਮਨਸੂਬਾ ਤੁਸੀਂ ਦੱਸ ਰਹੇ ਹੋ ਕੇਂਦਰ ਦਾ ਕਿ ਪੰਜਾਬ ਵਿਰੋਧੀ ਹੈ, ਗੈਰ ਸੰਵਿਧਾਨਕ ਤਰੀਕੇ ਦੇ ਨਾਲ ਇਹ ਕੀਤਾ ਗਿਆ ਹੈ। देखो गुरजोत जी, मैं विजेपाल बराड़ जी ਨੂੰ ਸੁਣ ਰਿਹਾ ਸੀ। ਉਹਨਾਂ ਨੇ ਇਸ਼ੂ ਬਿਲਕੁਲ ਸਹੀ ਚੁੱਕਿਆ ਹੈਗਾ ਕਿ ਟੈਨਿਓਰ ਪੂਰਾ ਕਰਨ ਦੇਣਾ ਚਾਹੀਦਾ ਸੀ, ਪਰ ਮੰਨ ਲਓ ਕਿ ਕੋਈ ਉਸ ਦੇ ਵਿੱਚ ਪ੍ਰੋਬਲਮ ਹੈਗੀ ਹੈ। ਟੈਨਿਓਰ ਪੂਰਾ ਕਰਨ ਤੋਂ ਪਹਿਲਾਂ ਜੇਕਰ ਬਦਲਣਾ ਵੀ ਪੈਂਦਾ ਹੈ ਤਾਂ ਘੱਟੋ ਘੱਟ ਜਿਹੜੇ ਪੰਜਾਬ ਨੂੰ ਜਾਂ ਪੰਜਾਬ ਦਾ ਪ੍ਰਸ਼ਾਸਨ ਹੈ, ਪੰਜਾਬ ਦੇ ਮੁੱਖ ਮੰਤਰੀ ਨੂੰ ਉਸ ਦੇ ਭਰੋਸੇ ਦੇ ਵਿੱਚ ਲੈਣਾ ਚਾਹੀਦਾ ਸੀ ਔਰ ਪੈਨਲ ਨੂੰ ਮੰਗਣਾ ਚਾਹੀਦਾ ਸੀ। ਤੇ ਜੇ ਫੌਰੀ ਤੌਰ ਤੇ ਹਟਾਉਣਾ ਵੀ ਸੀ ਤਾਂ ਕਹਿ ਸਕਦੇ ਸੀ ਕਿ ਅਸੀਂ ਇਹ ਹਟਾ ਰਹੇ ਹਾਂ, ਤੁਸੀਂ ਪੈਨਲ ਦੇ ਦਿਓ। ਉਹਦੀ ਸਲਾਹ ਮਸ਼ਵਰਾ ਤਾਂ ਕਿਸੇ ਤਰ੍ਹਾਂ ਕੀਤਾ ਹੀ ਨਹੀਂ ਹੈਗਾ ਔਰ ਇਹ ਲਗਾਤਾਰ ਇਹ ਪਹਿਲੀ ਵਾਰੀ ਨਹੀਂ ਹੋਇਆ। ਪਹਿਲਾਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ, ਹੌਲੀ ਹੌਲੀ ਜਿਹੜਾ ਹੈਗਾ ਪੰਜਾਬ ਦਾ ਜਿਹੜਾ ਹੱਕ ਹੈ ਚੰਡੀਗੜ੍ਹ ਦੇ ਉੱਤੇ ਉਹ ਘਟਾਉਣ ਦੀ ਕੋਸ਼ਿਸ਼ ਦੇ ਵਜੋਂ ਹੀ ਇਸ ਨੂੰ ਦੇਖਣਾ ਚਾਹੀਦਾ। ਤੁਸੀਂ ਚਾਹੇ BVMP ਤੋਂ ਸ਼ੁਰੂ ਹੋ ਜਾਈਏ, ਆਪਾਂ ਈਵਨ ਚੰਡੀਗੜ੍ਹ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਣਾਉਣਾ ਚਾਹੁੰਦੇ ਸੀ ਪਰ ਉਹਦੇ ਵਿਰੋਧ ਹੀ ਇੰਨਾ ਹੋ ਗਿਆ। ਉਧਰੋਂ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਰੱਜ ਕੇ ਇਸ ਦਾ ਵਿਰੋਧ ਕੀਤਾ ਤੇ ਅਲਟੀਮੇਟਲੀ ਇਹਨਾਂ ਨੂੰ ਜਾਣ ਦੇਣਾ ਪਿਆ ਔਰ ਆਪਣੇ ਪੈਰ ਪਿੱਛੇ ਖਿੱਚਣੇ ਪਏ। ਇਸੇ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉੱਥੋਂ ਦੀ ਮੁਲਾਜ਼ਮ ਹੈਗੇ ਸੀ ਉਹਨਾਂ ਦੀ ਜਿਹੜੀ ਸਰਵਿਸ ਰੂਲ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ। ਪਰ ਕੇਂਦਰ ਸਰਕਾਰ ਨੂੰ ਲੱਗਦਾ ਇਹ ਹੈਗਾ ਕਿ ਜੇਕਰ ਅਸੀਂ, ਕਿਉਂਕਿ ਪੰਜਾਬ ਇੱਕ ਐਸਾ ਖਿੱਤਾ ਹੈਗਾ, ਪੰਜਾਬ ਦੇ ਲੋਕ ਐਸੇ ਜਾਨੀ ਕਿ ਲੋਕ ਨੇ ਜਿਹੜਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਲਗਾਤਾਰ ਵਿਰੋਧ ਕਰਦੇ ਆ, ਕਰ ਸਕਦੇ। ਚਾਹੇ ਉਹ ਤੁਸੀਂ ਜਦੋਂ ਉਹ ਆਇਆ ਸੀ ਸਿਟੀਜ਼ਨ ਚਾਰਟਰਡ ਯਾਨੀ ਕਿ ਅਮੈਂਡਮੈਂਟ ਬਿੱਲ ਆਇਆ ਸੀ, ਉਸ ਟਾਈਮ ਤੇ ਵੀ ਇੱਥੋਂ ਵਿਰੋਧ ਬਹੁਤ ਜ਼ਬਰਦਸਤ ਹੋਇਆ। ਤੇ ਖੇਤੀ ਦੇ ਬਿੱਲ ਆਏ ਤਾਂ ਵੀ ਇਸ ਦੀ ਲੀਡ ਜਿਹੜੀ ਉਹ ਪੰਜਾਬ ਦੇ ਲੋਕਾਂ ਨੇ ਲਈ ਔਰ ਅਲਟੀਮੇਟਲੀ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਕਦੇ ਝੁਕਦੀ ਨਹੀਂ ਹੁੰਦੀ, ਜਿੱਥੇ ਕਿਹਾ ਜਾਂਦਾ ਹੈਗਾ ਉਹਨੂੰ ਬਿੱਲ ਵਾਪਸ ਲੈਣੇ ਪਏ। ਇਸੇ ਤਰ੍ਹਾਂ ਜੇਕਰ ਤੁਸੀਂ ਜਿਹੜਾ ਹੈਗਾ ਚੰਡੀਗੜ੍ਹ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਦੀਆਂ ਸਿਆਸਤ ਜਿਹੜੀ ਉਹ ਕੇਂਦਰ ਸਰਕਾਰ ਜਿਹੜੀ ਆਪਣੇ ਗਵਰਨਰ ਦੇ ਥਰੂ ਖੇਡਦੀ ਹੈਗੀ, ਜਿਹੜੀ ਕਿ ਸੰਵਿਧਾਨ ਦੇ ਵੀ ਉਲਟ ਹੈ, ਕਿਉਂਕਿ ਸੰਵਿਧਾਨ ਵਿੱਚ ਕਲੀਅਰ ਲਿਖਿਆ ਹੈਗਾ ਕਿ ਜਿਹੜਾ ਹੈਗਾ ਸੂਬਾ ਹੈ ਤੇ ਜਿਹੜਾ ਕੇਂਦਰ ਹੈਗਾ ਤੇ ਉਹਨਾਂ ਦੀ ਕੀ ਰਿਲੇਸ਼ਨ ਨੇ, ਕੀ ਸ਼ਕਤੀਆਂ ਨੇ। ਹਰ ਇੱਕ ਗੱਲ ਨੂੰ ਮਤਲਬ ਛਿੱਕੇ ਦੇ ਉੱਤੇ ਟੰਗ ਕੇ ਕੇਂਦਰ ਲਗਾਤਾਰ ਪੰਜਾਬ ਦੇ ਨਾਲ ਧੱਕਾ ਕਰਦੇ। ਇਸ ਨੂੰ ਉਸੇ ਨਜ਼ਰੀਏ ਤੋਂ ਹੀ ਦੇਖਿਆ ਜਾਣਾ ਚਾਹੀਦਾ। ਠੀਕ ਹੈ ਗਰਗ ਸਾਹਿਬ, ਧੰਨਵਾਦ ਹੈ ਗੱਲਬਾਤ ਦੇ ਲਈ, ਸ਼ੁਕਰੀਆ। ਤਾਂ ਇਹ ਵੱਡਾ ਮੁੱਦਾ ਇਸ ਵੇਲੇ ਉੱਠਦਾ ਨਜ਼ਰ ਆ ਰਿਹਾ, ਪੱਕਦਾ ਨਜ਼ਰ ਆ ਰਿਹਾ ਐਸਐਸਪੀ ਦੀ ਨਿਯੁਕਤੀ ਨੂੰ ਲੈ ਕੇ, ਕਿਉਂਕਿ ਹਰਿਆਣਾ ਕੈਡਰ ਤੋਂ ਨਵੇਂ ਐਸਐਸਪੀ ਜਿਹੜੇ ਨੇ ਕਾਰਜਕਾਰੀ ਤੌਰ ਤੇ ਕਹਿ ਸਕਦੇ ਟੈਂਪਰੇਰੀ ਤੌਰ ਤੇ ਜਿਹੜੇ ਨੇ ਉਹ ਨਿਯੁਕਤ ਕਰ ਦਿੱਤੇ ਗਏ ਨੇ, ਸੋ ਜਿਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ। ਉਧਰ ਹਰਪਾਲ ਚੀਮਾ ਹੋਰਾਂ ਦੇ ਵੱਲੋਂ ਖਜ਼ਾਨਾ ਮੰਤਰੀ ਨੇ, ਉਹਨਾਂ ਨੇ ਵੀ ਗੱਲਬਾਤ ਕੀਤੀ ਹੈ, ਸੁਣਦੇ ਹਾਂ। साहब किस तरीके से देखते हैं एसएसपी का तबादला कुछ समय पहले ही हो गया और नियुक्ति होनी थी पंजाब कैडर में, वो हरियाणा में हो गई। देखिए, जो एसएसपी चंडीगढ़ होता है, यूनियन टेरिटरी का एसएसपी हमेशा ही पंजाब काडर से लगता है। इस पे पंजाब का अधिकार है, पंजाब का राइट है। पहली बार हुआ है कि पंजाब के मानयोग माननीय गवर्नर साहब ने उस एसएसपी साहब को हटा के वहाँ पे हरियाणा काडर का आईपीएस अधिकारी नियुक्त किया है। ये सरासर पंजाब से बहुत बड़ा धोखा है। मैं समझता हूँ मानयोग गवर्नर साहब लगातार पंजाब के अगेंस्ट फैसले ले रहे हैं, लगातार पंजाब के अगेंस्ट जाके वो फैसले कर रहे हैं। उनको अपने ओहदे की गरिमा बना के रखनी चाहिए, अधिकारों का पालन करना चाहिए, जो राइट मिले हैं उनका पालन करना चाहिए। हाँ, मान लिया उनको उस समय के एसएसपी साहब से कोई दिक्कत आ रही तो नया पैनल मंगा लेते, पंजाब से नया पैनल मंगा लेते, वहाँ पे हरियाणा काडर की नियुक्ति करना, हरियाणा काडर के अधिकारी की नियुक्ति करना। सो मैं समझता पंजाब के साथ ये बहुत बड़ा धोखा है। बीजेपी केंद्र सरकार में, केंद्र सरकार से और बीजेपी सरकार लगातार जो है वो गवर्नर साहब से गलत काम करवा रही है, पंजाब के अगेंस्ट काम करवा रही है और पंजाब के लोग बिल्कुल बर्दाश्त नहीं करेंगे और मुंह तो जवाब जो है वो केंद्र सरकार को, बीजेपी को देंगे। ਤਾਂ ਇਹ ਗੱਲਬਾਤ ਕੀਤੀ ਗਈ ਔਰ ਬਿਆਨ ਦਿੱਤਾ ਗਿਆ। ਤਾਂ ਫਿਲਹਾਲ ਇੱਕ ਬ੍ਰੇਕ ਦੇ ਲਈ ਰੁਕ ਰਹੇ ਹਾਂ, ਜਲਦੀ ਵਾਪਸ ਆਵਾਂਗੇ।